हाँ जी, ऑप्टिक्स रिफ्लैक्शन ਦਾ ਪਾਰਟ ਦੂਜਾ ਇਹ। ਇਸ ਵੀਡੀਓ ਵਿੱਚ ਅਸੀਂ ਕਰਾਂਗੇ ਕਾਰਟੀਜਨ ਸਾਈਨ ਕਨਵਰਜੈਂਸ ਥਿਊਰੀ, ਮਿਰਰ ਫਾਰਮੂਲਾ ਐਂਡ ਲੀਨੀਅਰ ਮੈਗਨੀਫਿਕੇਸ਼ਨ ਦਾ ਸਾਰੀ ਡੈਰੀਵੇਸ਼ਨ ਆਪਾਂ ਕਰਦੇ ਹਾਂ। ਠੀਕ ਹੈ, ਇਸ ਦੇ ਵਿੱਚ ਸੋ ਪਹਿਲਾਂ ਦੇਖ ਲਓ ਕਨਵਰਜਨ ਥਿਊਰੀ, ਦੇਖ ਲਓ ਆਪਣੇ ਕਾਰਟੀਜਨ ਸਾਈਨ ਕਨਵਰਜਨ ਦੇਖ ਲਓ ਵੀ ਇਹਦੇ ਵਿੱਚ ਥਿਊਰੀ ਵਿੱਚ ਕਿਹੜੇ ਕਿਹੜੇ ਪੁਆਇੰਟ ਅਸੀਂ ਕਿੱਦਾਂ ਲੈਣੇ ਆ। ਠੀਕ ਹੈ, ਸੋ ਫਸਟ ਅਸੀਂ ਡਰਾ ਕਰਦੇ ਹਾਂ ਇੱਕ ਕਨਕੇਵ ਮਿਰਰ ਡਰਾ ਕਰਦੇ ਹਾਂ। ਠੀਕ ਹੈ, ਪ੍ਰੀਵੀਅਸ ਵੀਡੀਓ ਜਿਹਨੇ ਨਹੀਂ ਦੇਖੀ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਉਹ ਜ਼ਰੂਰ ਲਿੰਕ ਚੈੱਕ ਕਰ ਲਿਓ। ਉਹ 'ਚ ਸਾਰਾ ਕੁਝ ਦਿੱਤਾ ਹੋਇਆ ਕਿ ਪੋਲ ਕਿਹਨੂੰ ਕਹਿੰਦੇ, ਕਿਹੜੀ ਟਰਮ ਆਪਾਂ ਕਿੱਦਾਂ ਡਿਫਾਈਨ ਕਰਨੀ ਹੈ। ਸੋ ਇਹ ਦੇਖ ਲਓ, ਇਹ ਸੀਗਾ ਸਾਡਾ ਸੈਂਟਰ, ਇੱਥੇ ਸੀਗਾ ਫੋਕਸ, ਇਹ ਸੀਗਾ ਸਾਡਾ ਪੋਲ। ਇਹਨੂੰ ਅਸੀਂ ਪੀ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਸੋ ਮੇਰੇ ਦੋਸਤੋ ਪਹਿਲਾ ਪੁਆਇੰਟ ਇਹਦੇ ਵਿੱਚ ਇਹ ਆ, ਪਹਿਲੀ ਜਿਹੜੀ ਹੁਣ ਕੰਡੀਸ਼ਨ ਜਿੱਦਾਂ ਅਸੀਂ ਮੈਜਰਮੈਂਟ ਕਰਨੀ ਹੈ ਨਾ, ਮੈਜਰਮੈਂਟ ਦੀ ਥਿਊਰੀ ਆ ਇਹ। ਸੋ ਪਹਿਲੀ ਕੰਡੀਸ਼ਨ ਕੀ ਆ ਕਿ ਆਲ ਦਾ ਡਿਸਟੈਂਸਸ ਮਸਟ ਬੀ ਮੈਜਰਡ ਫਰੋਮ ਪੋਲ। ਹਮੇਸ਼ਾ ਅਸੀਂ ਪੋਲ ਤੋਂ ਹੀ ਜਿਹੜੇ ਆ ਡਿਸਟੈਂਸ ਮੈਜਰ ਸਟਾਰਟ ਕਰਨਾ। ਠੀਕ ਹੈ, ਇਹ ਹੈਗਾ ਸਾਡਾ ਕੀ ਆ, ਪੋਲ ਆ। ਸਾਰੇ ਦੇ ਸਾਰੇ ਡਿਸਟੈਂਸ ਜਿਹੜੇ ਆ ਪੋਲ ਤੋਂ ਆਪਾਂ ਸਟਾਰਟ ਕਰਨੇ, ਪਹਿਲੀ ਕੰਡੀਸ਼ਨ ਇਹੀ ਆ। ਠੀਕ ਹੈ, ਹੁਣ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਵੀ ਹਮੇਸ਼ਾ ਜਦੋਂ ਤੁਸੀਂ ਨੂਮੈਰੀਕਲ ਕਰਨੇ ਨਾ ਅੱਗੇ ਜਾ ਕੇ, ਹਮੇਸ਼ਾ ਜਿਹੜਾ ਤੁਹਾਡਾ ਆਬਜੈਕਟ ਆ ਉਹਨੂੰ ਲੈਫਟ ਹੈਂਡ ਸਾਈਡ ਦੇ ਉੱਤੇ ਰੱਖੋ, ਤੇ ਜਿਹੜਾ ਤੁਹਾਡਾ ਇਹ ਮਿਰਰ ਵਗੈਰਾ ਹੈ ਨਾ ਇਹਨੂੰ ਰਾਈਟ ਹੈਂਡ ਸਾਈਡ ਤੇ ਰੱਖੋ। ਹਮੇਸ਼ਾ ਇਸ ਤਰੀਕੇ ਨਾਲ ਹੀ ਤੁਹਾਡੀ ਇਮੇਜ ਜਿਹੜੀ ਆ ਉਹ ਬਣਨੀ ਚਾਹੀਦੀ ਆ। ਫਿਰ ਤੁਹਾਡਾ ਨੂਮੈਰੀਕਲ ਤੁਹਾਨੂੰ ਹੌਜ ਪੌਜ ਨਹੀਂ ਹੋਣੀ। ਇਹ ਨਹੀਂ ਕਿ ਤੁਸੀਂ ਆਪਣਾ ਖੱਬੇ ਪਾਸੇ ਬਣਾਤਾ ਸੱਜੇ ਪਾਸੇ ਬਣਾਤਾ, ਨਾ। ਹਮੇਸ਼ਾ ਇਹੀ ਧਿਆਨ ਰੱਖੋ ਕਿ ਤੁਹਾਡਾ ਆਬਜੈਕਟ ਜਿਹੜਾ ਖੱਬੇ ਪਾਸੇ ਪਿਆ ਹੋਵੇ ਤੇ ਜਿਹੜਾ ਇਹ ਮਿਰਰ ਆ ਇਹ ਸੱਜੇ ਪਾਸੇ ਪਿਆ ਹੋਵੇ। ਇਸ ਤਰੀਕੇ ਨਾਲ ਹੀ ਹਮੇਸ਼ਾ ਆਪਣੀ ਜਿਹੜੀ ਆ ਇਮੇਜ ਫਾਰਮੇਸ਼ਨ ਦੀ ਪ੍ਰੈਕਟਿਸ ਕਰੋ। ਠੀਕ ਹੈ, ਤਾਂ ਫਿਰ ਤੁਹਾਡੀ ਜਿਹੜੀ ਬਹੁਤ ਈਜ਼ੀ ਰਹਿਣਾ ਤੁਸੀਂ ਨੂਮੈਰੀਕਲ ਕੱਢਣ ਲਈ ਜਾ ਕੇ। ਇਹ ਵੈਸੇ ਕਨਵਰਜਨ ਥਿਊਰੀ ਵਿੱਚ ਨਹੀਂ ਹੈਗਾ, ਇਹ ਮੈਂ ਤੁਹਾਨੂੰ ਆਪਣੇ ਕੋਲੋਂ ਦੱਸਦਾ, ਤੁਹਾਨੂੰ ਆਪਣੇ ਕੋਲ ਟਿਪਸ ਦੇ ਰਿਹਾ। ਕਨਵਰਜਨ ਥਿਊਰੀ ਵਿੱਚ ਸਿਰਫ ਇੰਨਾ ਲਿਖਿਆ ਕਿ ਹਮੇਸ਼ਾ ਪੋਲ ਤੋਂ ਸਟਾਰਟ ਕਰੋ ਡਿਸਟੈਂਸ ਮੈਜਰ ਕਰਨਾ। ਹੁਣ ਦੇਖੋ ਨੈਕਸਟ ਤੁਹਾਡਾ ਕੀ ਆ ਕਿ ਨੈਕਸਟ ਆਪਣੇ ਕੋਲ ਕੀ ਆਉਂਦਾ ਆ ਕਿ ਜਿਹੜੀ ਲਾਈਟ ਦੀ ਡਾਇਰੈਕਸ਼ਨ। ਹੁਣ ਦੇਖੋ ਇੱਧਰ ਜੇ ਕੋਈ ਆਬਜੈਕਟ ਤੁਹਾਡਾ ਪਿਆ ਆ, ਇੱਧਰੋਂ ਲਾਈਟ, ਹੁਣ ਹਰੇਕ ਆਬਜੈਕਟ ਜਿਹੜਾ ਲਾਈਟ ਟਰਾਂਸਮਿਟ ਕਰਦਾ ਹੈ, ਇਸੇ ਕਰਕੇ ਸਾਨੂੰ ਜਿਹੜਾ ਆਬਜੈਕਟ ਜਿਹੜਾ ਵਿਜ਼ੀਬਲ ਹੁੰਦਾ ਹੈ, ਅਗਰ ਉਹ ਕੋਈ ਆਬਜੈਕਟ ਲਾਈਟ ਟਰਾਂਸਮਿਟ ਨਾ ਕਰੇ ਤਾਂ ਉਹ ਸਾਨੂੰ ਵਿਜ਼ੀਬਲ ਹੁੰਦਾ ਹੀ ਨਹੀਂ ਹੈਗਾ। ਠੀਕ ਹੈ, ਇਸ ਤਰੀਕੇ ਨਾਲ ਅਸੀਂ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਹਾਂ, ਜਦੋਂ ਵੀ ਇਸ ਤਰੀਕੇ ਨੂੰ ਆਪਾਂ ਕੋਈ ਵੀ ਰਿਫਲੈਕਸ਼ਨ ਦੇਖਦੇ ਹਾਂ, ਕੋਈ ਵੀ ਆਬਜੈਕਟ ਰਿਫਲੈਕਟ ਕਰਦਾ ਲਾਈਟ ਨੂੰ ਤਾਂ ਸਾਨੂੰ ਦਿਖਦਾ, ਨਹੀਂ ਦਿਖਦਾ ਹੈਗਾ। ਹੁਣ ਦੇਖੋ ਇਹ ਜਿਹੜਾ ਲਾਈਟ ਟਰਾਂਸਮਿਟ ਕਰਦਾ ਹਮੇਸ਼ਾ, ਹੁਣ ਤੁਹਾਡੀ ਲਾਈਟ ਜੇ ਆਬਜੈਕਟ ਤੁਹਾਡਾ ਲੈਫਟ ਹੈਂਡ ਸਾਈਡ 'ਤੇ ਪਿਆ ਤਾਂ ਲਾਈਟ ਵੀ ਤੁਹਾਡੀ ਲੈਫਟ ਤੋਂ ਰਾਈਟ ਵਾਲੇ ਪਾਸੇ ਨੂੰ ਜਾਊਗੀ। ਇੱਧਰ ਆ ਲੈਫਟ ਆ, ਇਹ ਵਾਲਾ ਪਾਸਾ ਹੈਗਾ ਰਾਈਟ। ਹੁਣ ਦੇਖੋ ਜੇ ਤੁਸੀਂ ਜਿਹੜੇ ਆ ਡਿਸਟੈਂਸ ਹੁਣ ਕੈਲਕੂਲੇਟ ਕਰ ਰਹੇ ਇਨ ਦਾ ਡਾਇਰੈਕਸ਼ਨ ਆਫ ਲਾਈਟ, ਫਿਰ ਉਹ ਚੀਜ਼ਾਂ ਪੋਜ਼ਿਟਿਵ ਆ। ਦੂਜਾ ਪੁਆਇੰਟ ਕੀ ਆ, ਇਨ ਦਾ ਡਾਇਰੈਕਸ਼ਨ ਆਫ ਲਾਈਟ। ਜੇ ਤੁਹਾਡੀ ਮੈਜਰਮੈਂਟ ਇਨ ਦਾ ਡਾਇਰੈਕਸ਼ਨ ਆਫ ਲਾਈਟ ਆ, ਫਿਰ ਉਹ ਸਾਰੀਆਂ ਦੀਆਂ ਸਾਰੀਆਂ ਟਰਮਸ ਕੀ ਆ, ਪੋਜ਼ਿਟਿਵ ਆ। ਠੀਕ ਹੈ, ਹੁਣ ਦੂਜੇ ਪਾਸੇ ਜੇ ਤੁਹਾਡੀਆਂ ਜਿਹੜੀਆਂ ਟਰਮਸ ਆ ਇਨ ਦਾ ਡਾਇਰੈਕਸ਼ਨ ਓਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਲਾਈਟ, ਓਪੋਜ਼ਿਟ ਟੂ ਦਾ ਡਾਇਰੈਕਸ਼ਨ ਆਫ ਲਾਈਟ, ਲਾਈਟ ਇਜ਼ ਟੇਕਨ ਐਜ਼ ਨੈਗੇਟਿਵ। ਹੁਣ ਦੇਖੋ ਇੱਥੋਂ ਲੈ ਕੇ ਸੈਂਟਰ ਤੋਂ ਲੈ ਕੇ ਪੋਲ ਤੱਕ ਦੇ ਡਿਸਟੈਂਸ ਨੂੰ ਅਸੀਂ ਕੀ ਕਹਿੰਦੇ ਸੀ, ਆਰ। ਠੀਕ ਹੈ, ਹੁਣ ਜਿਹੜਾ ਫੋਕਸ ਪੁਆਇੰਟ ਤੋਂ ਲੈ ਕੇ ਇੱਥੇ ਤੱਕ ਦੇ ਡਿਸਟੈਂਸ ਨੂੰ ਅਸੀਂ ਕਹਿੰਦੇ ਆ ਛੋਟੀ ਐਫ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਹੁਣ ਨੈਕਸਟ ਦੇਖੋ ਕੀ ਆ, ਜਦੋਂ ਸਾਡਾ ਆ ਇਹ ਆਬਜੈਕਟ ਪਿਆ, ਕੋਈ ਵੀ ਆਬਜੈਕਟ ਆ, ਆਬਜੈਕਟ ਜਿਹੜਾ ਆ ਇੱਥੇ ਤੱਕ ਦੀ ਦੂਰੀ ਨੂੰ, ਹੁਣ ਪੋਲ ਤੋਂ ਲੈ ਕੇ ਆਬਜੈਕਟ ਤੱਕ ਦੀ ਦੂਰੀ ਨੂੰ ਅਸੀਂ ਮੰਨਦੇ ਹਾਂ ਯੂ। ਠੀਕ ਹੈ, ਜਿਹੜੀ ਵੀ ਇਹਨੇ ਇਮੇਜ ਫਾਰਮਡ ਕੀਤੀ ਆ, ਮੰਨ ਲਓ ਇੱਥੇ ਇਹਨੇ ਇਮੇਜ ਫਾਰਮੇਸ਼ਨ ਕਰ ਲਈ ਹੈ ਇਸ ਤਰੀਕੇ ਦੇ ਨਾਲ ਨੀਚੇ ਵਾਲੇ ਪਾਸੇ ਨੂੰ, ਤਾਂ ਇਹਨੂੰ ਅਸੀਂ ਕੀ ਕਵਾਂਗੇ, ਪੋਲ ਤੋਂ ਲੈ ਕੇ ਇਹਨੂੰ ਕਵਾਂਗੇ ਵੀ। ਹੁਣ ਸਾਡੇ ਕੋਲ ਦੇਖ ਲਓ ਕਿੰਨੀਆਂ ਟਰਮਸ ਆ ਗਈਆਂ, ਐਫ, ਵੀ, ਆਰ ਐਂਡ ਯੂ, 4 ਟਰਮਸ ਆ ਗਈਆਂ। ਜਦੋਂ ਅਸੀਂ ਇਹਨਾਂ ਦੀ ਮੈਜਰਮੈਂਟ ਕਰਨੀ ਹੈ ਨਾ ਕਿ ਕਿੰਨੇ ਸੈਂਟੀਮੀਟਰ ਦੀ ਇਮੇਜ ਆ ਜਾਂ ਕਿਸ ਤਰੀਕੇ ਦੇ ਨਾਲ ਹੈ, ਤਾਂ ਅਸੀਂ ਹਮੇਸ਼ਾ ਪੋਲ ਤੋਂ ਸਟਾਰਟ ਕਰਨੀ ਆ। ਬਟ ਹੁਣ ਦੇਖੋ ਦੂਜੀ ਗੱਲ ਇਹ, ਕਿਉਂਕਿ ਇਹ ਕਨਕੇਵ ਆ, ਇਹ ਕਨਕੇਵ ਮਿਰਰ ਆ। ਹੁਣ ਕਨਕੇਵ ਮਿਰਰ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਕਿ ਜਿਹੜੇ ਪੋਲ ਆ ਇੱਧਰਲੇ ਪਾਸੇ ਆ, ਆਬਜੈਕਟ ਇੱਧਰ ਪਿਆ ਆ, ਤੇ ਲਾਈਟ ਜਿਹੜੀ ਲੈਫਟ ਤੋਂ ਰਾਈਟ ਜਾ ਰਹੀ ਆ। ਹੁਣ ਦੇਖੋ ਹੁਣ ਪਹਿਲੀ ਸ਼ਰਤ ਕੀ ਸੀ, ਹਮੇਸ਼ਾ ਅਸੀਂ ਪੋਲ ਤੋਂ ਸਟਾਰਟ ਕਰਨਾ, ਚਲੋ ਮੰਨ ਲੈਂਦੇ ਪੋਲ ਤੋਂ ਸਟਾਰਟ ਕਰਨਾ ਹੈ। ਹੁਣ ਦੂਜੀ ਕੰਡੀਸ਼ਨ ਕੀ ਆ, ਜੇ ਤਾਂ ਅਸੀਂ ਲਾਈਟ ਦੀ ਡਾਇਰੈਕਸ਼ਨ ਦੇ ਅਲੋਂਗ ਮੈਜਰਮੈਂਟ ਕਰੀਏ ਤਾਂ ਉਹ ਸਾਰੀਆਂ ਪੋਜ਼ਿਟਿਵ, ਜੇ ਲਾਈਟ ਤੋਂ ਓਪੋਜ਼ਿਟ ਮੈਜਰ ਕਰੀਏ ਤਾਂ ਉਹ ਨੈਗੇਟਿਵ।
ਇਸ ਕਰਕੇ ਮੇਰੇ ਦੋਸਤੋ ਜਿੰਨੀਆਂ ਵੀ ਜਿਹੜਾ ਕਨਕੇਵ ਦੇ ਵਿੱਚ ਜਿੰਨੀਆਂ ਵੀ ਮੈਜਰਮੈਂਟਸ ਹੁੰਦੀਆਂ ਨਾ ਉਹ ਸਾਰੀਆਂ ਦੀਆਂ ਸਾਰੀਆਂ ਹੀ ਨੈਗੇਟਿਵ ਹੀ ਆਉਂਦੀਆਂ। ਕਿਉਂ? ਕਿਉਂਕਿ ਪੋਲ ਤੋਂ ਫੋਕਸ ਜਿਹੜੀ ਆ, ਇਸ ਕਰਕੇ ਐਫ ਵੀ ਕੀ ਹੋ ਗਈ, ਨੈਗੇਟਿਵ ਹੋ ਗਈ। ਪੋਲ ਤੋਂ ਅਸੀਂ ਇੱਧਰ ਨੂੰ ਗਏ ਹਾਂ ਕਿਉਂਕਿ ਲਾਈਟ ਇੱਧਰ ਨੂੰ ਜਾ ਰਹੀ ਤੇ ਆਪਾਂ ਦੂਜੇ ਪਾਸੇ ਜਾ ਰਹੇ ਹਾਂ। ਪੋਲ ਤੋਂ ਜਿਹੜੀ ਆਹ ਇਮੇਜ ਫਾਰਮ ਹੋਈ ਆ ਇਹਦੀ ਦੂਰੀ ਨੂੰ ਅਸੀਂ v ਕਹਿੰਦੇ ਤਾਂ v ਵੀ ਜਿਹੜੀ ਕੀ ਹੋ ਗਈ, ਨੈਗੇਟਿਵ ਹੋ ਗਈ, ਹਨਾ। ਕਿਉਂਕਿ ਰੇਡੀਅਸ ਹੁਣ ਆਪਾਂ ਮੈਜਰ ਕਰਨਾ ਤਾਂ ਵੀ ਪੋਲ ਤੋਂ ਸਟਾਰਟ ਕਰਨਾ। ਪੋਲ ਤੋਂ ਸੈਂਟਰ ਇਹ ਵੀ ਦੂਜੇ ਪਾਸੇ ਜਾ ਰਹੇ, ਲਾਈਟ ਇੱਧਰ ਨੂੰ ਜਾ ਰਹੀ ਹੈ, ਆਪਾਂ ਦੂਜੇ ਪਾਸੇ ਮੈਜਰ ਕਰ ਰਹੇ ਹਾਂ ਕਿਉਂਕਿ ਕੰਡੀਸ਼ਨ ਇਦਾਂ ਦੀ ਹੈ। ਤਾਂ ਇਸ ਕਰਕੇ ਜਿਹੜੀ ਆ ਰਿਹਾ ਇਹ ਵੀ ਨੈਗੇਟਿਵ ਹੋ ਗਈ, ਠੀਕ ਹੈ। ਹੁਣ ਦੇਖੋ u ਹੁੰਦੀ ਆ ਸਾਡੇ ਕੋਲ ਜਿਹੜਾ ਆਬਜੈਕਟ ਹੈ ਉੱਥੇ ਤੱਕ ਦੀ ਦੂਰੀ। ਜਦੋਂ ਅਸੀਂ ਪੋਲ ਤੋਂ ਲੈ ਕੇ u ਮੈਜਰ ਕਰਨਾ ਆਬਜੈਕਟ ਤੱਕ ਕਰਨਾ ਤਾਂ ਇਹ ਵੀ ਅਸੀਂ ਓਪੋਜ਼ਿਟ ਹੀ ਜਾ ਰਹੇ ਹਾਂ, ਇੱਧਰ ਨੂੰ ਹੀ ਜਾ ਰਹੇ ਹਾਂ। ਇਹਦੇ ਵਿੱਚ ਇੱਧਰ ਨੂੰ ਜਾ ਰਿਹਾ ਸੀ ਤੇ ਇਹਦੇ ਵਿੱਚ ਵੀ ਰਾਈਟ ਤੋਂ ਲੈਫਟ ਜਾ ਰਿਹਾ ਸੀ, ਬਟ ਸਾਡੀ ਲਾਈਟ ਜਿਹੜੀ ਆ ਉਹ ਲੈਫਟ ਤੋਂ ਰਾਈਟ ਜਾ ਰਹੀ, ਇਸ ਕਰਕੇ ਸਾਰਾ ਕੁਝ ਇਹਦੇ ਵਿੱਚ ਨੈਗੇਟਿਵ ਹੀ ਆਉਂਦਾ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਸੀਗੀਆਂ ਸਾਡੀਆਂ ਸਾਈਨ ਕਨਵਰਜਨ ਥਿਊਰੀ ਦੇ ਵਿੱਚ ਯੂਜ਼ ਹੁੰਦੀਆਂ ਸੀਗੀਆਂ। ਸੋ ਹੁਣ ਦੇਖ ਲਓ ਨੈਕਸਟ ਕੀ ਆ ਸਾਡਾ, ਮਿਰਰ ਫਾਰਮੂਲਾ ਸਾਡਾ ਆ ਜਾਂਦਾ। ਮਿਰਰ ਫਾਰਮੂਲੇ ਵਿੱਚ ਅਸੀਂ ਦੇਖਦੇ ਹਾਂ, ਤੇ ਇਹ ਵੀਡੀਓ ਤੁਸੀਂ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਦੇ ਉੱਤੇ ਦੇਖ ਰਹੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦੀਆਂ ਵੀਡੀਓਜ਼ ਵੀ ਲਾਈਕ ਕਰੋ, ਠੀਕ ਹੈ। ਤੇ ਬਾਕੀ ਨਾਨ ਮੈਡੀਕਲ ਮੈਡੀਕਲ ਦੀਆਂ ਸਾਰੀਆਂ ਵੀਡੀਓਜ਼ ਹੈਗੀਆਂ, ਹੋਰ ਕਾਫੀ ਸਾਰਾ ਮਟੀਰੀਅਲ ਹੈ, ਤੁਸੀਂ ਉਹ ਵੀ ਚੈੱਕ ਆਊਟ ਕਰ ਸਕਦੇ ਆ। ਸੋ ਇਹ ਦੇਖ ਲਓ ਵੀ ਮਿਰਰ ਫਾਰਮੂਲੇ ਦੇ ਵਿੱਚ ਕੀ ਹੁੰਦਾ। ਸਭ ਤੋਂ ਪਹਿਲਾਂ ਮੈਂ ਇਹਦੀ ਡਾਇਗਰਾਮ ਬਣਾਉਣਾ ਹੈ। ਇਹ ਵੀ ਸਾਡੇ ਕੋਲ ਕੀ ਹੈ, ਇੱਕ ਕਨਕੇਵ ਮਿਰਰ ਆ। ਇਸ ਤਰੀਕੇ ਨਾਲ ਕਨਕੇਵ ਮਿਰਰ ਦੇਖ ਲਓ, ਠੀਕ ਹੈ। ਇਹ ਸੀ ਕਿ ਸਾਡੇ ਕੋਲ ਇੱਕ ਪ੍ਰਿੰਸੀਪਲ ਐਕਸਿਸ, ਇਹਨੂੰ ਹੁਣ ਪ੍ਰਿੰਸੀਪਲ ਐਕਸਿਸ ਮੰਨ ਲੈਂਦੇ ਆ। ਇਹ ਹੋਗਾ ਜੀ ਇਹਦਾ ਸੈਂਟਰ, ਇਹ ਹੋਗਾ ਇਹਦਾ ਫੋਕਸ ਪੁਆਇੰਟ, ਇਸ ਤਰੀਕੇ ਦੇ ਨਾਲ, ਠੀਕ ਹੈ। ਫੋਕਸ ਪੁਆਇੰਟ ਹੋ ਗਿਆ ਤੇ ਇੱਧਰਲੇ ਪਾਸੇ ਹੁਣ ਸਾਡੇ ਕੋਲ ਇੱਕ ਪਿਆ ਆ ਆਬਜੈਕਟ। ਮਿਰਰ ਫਾਰਮੂਲਾ ਅਸੀਂ ਡਰਾ ਕਰਨਾ ਕਿੱਦਾਂ ਕਰਨਾ ਹੈ, ਠੀਕ ਹੈ ਜੀ। ਸੋ ਹੁਣ ਦੇਖੋ ਆਬਜੈਕਟ ਪਿਆ ਆ, ਆਬਜੈਕਟ ਥੋੜਾ ਜਿਹਾ ਵੱਡਾ ਬਣਾ ਲਓ। ਇਹ ਹੈਗਾ ਸਾਡਾ ਆਬਜੈਕਟ, ਇਹਨੂੰ ਅਸੀਂ ਮੰਨ ਲੈਂਦੇ ਆ AB, ਇਸ ਤਰੀਕੇ ਨਾਲ ਆਬਜੈਕਟ ਆ। ਹੁਣ ਦੇਖੋ ਇਹਦੇ ਵਿੱਚ ਅਸੀਂ ਕੀ ਕਰਨੀ ਆ, ਇਹਦੇ ਵਿੱਚ ਅਸੀਂ 3 ਤਰੀਕੇ ਦੀਆਂ ਰੇਜ਼ ਜਿਹੜੀਆਂ ਉਹ ਕੱਢਣੀਆਂ, ਠੀਕ ਹੈ। ਪਹਿਲੀ ਹੋ ਗਈ ਬਿਲਕੁਲ ਪੈਰਲਲ, ਜਿਹੜੀ ਇਹਦੇ ਜਾਂਦੀ ਹੈ, ਪੈਰਲਲ ਜਾਂਦੀ ਹੈ। ਪੈਰਲਲ ਜਾਂਦੀ ਹੈ ਤਾਂ ਇੱਥੇ ਜਾ ਕੇ ਟਕਰਾਉਂਦੀ ਆ ਤੇ ਵਾਪਸ ਫੋਕਸ ਦੇ ਵਿੱਚੋਂ ਲੰਘ ਜਾਂਦੀ ਹੈ, ਇਸ ਤਰੀਕੇ ਦੇ ਨਾਲ। ਇਹ ਹੋ ਗਈ, ਠੀਕ ਹੈ ਜੀ। ਇਹਨੂੰ ਅਸੀਂ ਮੰਨ ਲੈਂਦੇ ਆ Q, ਇਦਾਂ ਹੋ ਗਈ। ਸੋ ਨੈਕਸਟ ਸਾਡੇ ਕੋਲ ਕੀ ਆਉਂਦੀ ਆ, ਇੱਕ ਹੋਰ ਰੇ ਜਿਹੜੀ ਆ ਇਮਿਟ ਹੁੰਦੀ ਆ, ਉਹ ਪੁਆਇੰਟ ਜਿਹੜਾ P ਪੋਲ ਆ ਨਾ ਉੱਥੇ ਤੱਕ ਜਾਂਦੀ ਆ, ਇਸ ਤਰੀਕੇ ਦੇ ਨਾਲ ਪੋਲ ਤੇ ਜਾਂਦੀ ਆ, ਠੀਕ ਹੈ। ਪੋਲ ਤੋਂ ਫਿਰ ਕੀ ਕਰਦੀ ਆ, ਇਸ ਤਰੀਕੇ ਦੇ ਨਾਲ ਇਮਿਟ ਹੋ ਜਾਂਦੀ ਆ। ਇਹ ਹੋ ਗਈ ਸਾਡੇ ਕੋਲ Q ਡੈਸ਼, ਠੀਕ ਹੈ ਜੀ। ਇਹ ਹੁੰਦੀ ਆ ਸਾਡੇ ਕੋਲ। ਸੋ ਨੈਕਸਟ ਸਾਡੇ ਕੋਲ ਇੱਕ ਤੀਜੇ ਨੰਬਰ ਦੇ ਜਦ ਤੇ ਜਾਂਦੀ ਆ, ਇਹ ਕੀ ਕਰਦੀ ਆ, ਇਹ ਇਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚੋਂ ਲੰਘਦੀ ਹੋਈ ਇੱਥੇ ਜਾਂਦੀ ਹੈ ਤੇ ਇੱਥੇ ਟਕਰਾ ਕੇ ਇਸ ਤਰੀਕੇ ਦੇ ਨਾਲ ਹੀ ਫਿਰ ਵਾਪਸ ਚਲੇ ਜਾਂਦੀ ਹੈ। ਪਹਿਲਾਂ ਇੱਧਰ ਨੂੰ ਆਈ ਸੀ, ਫਿਰ ਇੱਥੇ ਟਕਰਾ ਕੇ ਇਸ ਤਰੀਕੇ ਦੇ ਨਾਲ ਹੀ ਇਹ ਵਾਪਸ ਵੀ ਸੇਮ ਲਾਈਨ ਆਫ ਡਾਇਰੈਕਸ਼ਨ ਦੇ ਵਿੱਚ ਹੀ ਮੁੜ ਜਾਂਦੀ ਹੈ। ਤੇ ਜਿੱਥੇ ਸਾਰੀਆਂ ਜਿਹੜੀਆਂ ਲਾਈਟਾਂ ਆ ਇੰਟਰਸੈਕਟ ਕਰਦੀਆਂ ਹੈ, ਠੀਕ ਹੈ। ਜਦੋਂ ਤੁਸੀਂ ਸਕੇਲ ਦੇ ਨਾਲ ਬਣਾਓਗੇ ਨਾ ਤਾਂ ਤੁਹਾਡੀ ਸਹੀ ਤਰੀਕੇ ਨਾਲ ਬਣੂਗੀ। ਮੈਂ ਰਫ ਜਿਹੇ ਬਣਾਤੇ ਸੀ ਜੋ, ਫਿਰ ਹੁਣ ਜਿੱਥੇ ਸਾਰੀਆਂ ਲਾਈਟਾਂ ਇੰਟਰਸੈਕਟ ਕਰਦੀਆਂ ਉੱਥੇ ਤੁਹਾਡੀ ਬਣਦੀ ਆ ਇਮੇਜ, ਆਹ ਪੁਆਇੰਟ ਦੇ ਉੱਤੇ, ਠੀਕ ਹੈ। ਇਸ ਪੁਆਇੰਟ ਦੇ ਉੱਤੇ ਤੁਹਾਡੀ ਬਣਦੀ ਹੈ ਇਮੇਜ। ਇੱਥੇ ਜਿੱਥੇ ਤੁਹਾਡੀ ਇਮੇਜ ਬਣਦੀ ਆ ਉਹਨੂੰ ਅਸੀਂ ਡਿਨੋਟ ਕਰ ਲੈਂਦੇ ਆ A ਡੈਸ਼ ਤੇ B ਡੈਸ਼, ਇਸ ਤਰੀਕੇ ਦੇ ਨਾਲ ਅਸੀਂ ਡਿਨੋਟ ਕਰਦੇ ਹਾਂ, ਠੀਕ ਹੈ। ਹੁਣ ਦੇਖੋ ਦੁਬਾਰਾ ਜੇ ਦੇਖ ਲੈਂਦੇ ਇੱਕ ਵਾਰੀ ਤਾਂ ਤੁਹਾਡੇ ਕੋਲ 3 ਤਰੀਕੇ ਦੀਆਂ ਰੇਜ਼ ਇਮਿਟ ਹੋਈਆਂ। A ਤੇ B ਆਬਜੈਕਟ, ਇਹਦੇ ਵਿੱਚੋਂ ਲਾਈਟ ਜਿਹੜੀ ਰਿਫਲੈਕਟ ਹੁੰਦੀ ਹੈ, ਪਹਿਲੀ ਆਹ ਹੋ ਗਈ, ਇੱਥੇ ਟਕਰਾਉਂਦੀ ਆ ਤੇ ਵਾਪਸ ਚਲੀ ਜਾਂਦੀ ਹੈ। ਦੂਜੀ ਆਹ ਹੋ ਗਈ, ਪੋਲ ਤੇ ਟਕਰਾਉਂਦੀ ਹੈ ਤੇ ਵਾਪਸ ਚਲੀ ਜਾਂਦੀ ਹੈ। ਤੀਜੀ ਹੁਣ ਜਿਹੜੀ ਆ ਇਹ ਕੀ ਕਰਦੀ ਆ, ਸਿੱਧੀ ਸੈਂਟਰ ਦੇ ਵਿੱਚੋਂ, ਇੱਥੇ ਸੈਂਟਰ ਸੀਗਾ, ਸੈਂਟਰ ਦੇ ਵਿੱਚੋਂ ਕ੍ਰਾਸ ਹੁੰਦੀ ਆ ਤੇ ਵਾਪਸ ਸੇਮ ਡਾਇਰੈਕਸ਼ਨ ਦੇ ਵਿੱਚ ਹੀ ਵਾਪਸ ਚਲੀ ਜਾਂਦੀ ਹੈ। ਹੁਣ ਦੇਖੋ ਜਿਹੜੇ ਇਹਦੇ ਵਿੱਚੋਂ ਤੁਸੀਂ ਸਿਮਿਲੈਰਿਟੀਆਂ ਕੱਢ ਲੈਣੀਆਂ ਆਪਾਂ ਥੋੜ੍ਹੀਆਂ ਜਿਹੀਆਂ, ਠੀਕ ਹੈ। ਸਿਮਿਲੈਰਿਟੀ ਕੱਢਣੀ ਆ ਕਿਉਂਕਿ ਸਿਮਿਲੈਰਿਟੀ ਸਾਡਾ ਜਿਹੜਾ ਪੁਆਇੰਟ ਲੱਗਣਾ ਹੈ, ਟ੍ਰਾਇੰਗਲ ਕੱਢ ਲਓ ਸਿਮਿਲੈਰਿਟੀ ਵਾਲੇ ਕਿਹੜੇ ਕਿਹੜੇ ਆ। ਹੁਣ ਦੇਖੋ ਇਹਦੇ ਵਿੱਚ ਇਸ ਪੁਆਇੰਟ ਨੂੰ ਅਸੀਂ ਮੰਨ ਲੈਂਦੇ N, ਆਹ ਜਿਹਦਾ ਪੁਆਇੰਟ ਆਫ ਇੰਟਰਸੈਕਸ਼ਨ ਸੀਗਾ ਇਹ ਸੀਗਾ E, ਠੀਕ ਹੈ। ਹੁਣ ਸਿਮਿਲੈਰਿਟੀ ਵਾਲੀਆਂ ਟ੍ਰਾਇੰਗਲ ਕਿਹੜੀ ਕਿਹੜੀ ਕੱਢਣੀ ਆ, ਇੱਕ ਤਾਂ ਹੋ ਗਈ ਆ ਦੇਖੋ A ਡੈਸ਼ B ਡੈਸ਼, ਠੀਕ ਹੈ। ਇਹ ਇੱਧਰ ਨੂੰ ਜਾ ਰਹੀ ਸਿੱਧੀ ਬਿਲਕੁਲ ਲਾਈਨ, ਇੱਕ ਸੀਗਾ ਉੱਤੇ EN, E ਤੇ ਪੁਆਇੰਟ ਹੋ ਗਿਆ N,
ठीक है। तो इस तरीके दे नाल ये वापस आ रही सी, आ पॉइंट हो गया। ਹੁਣ ਆਹ ਵਾਲਾ ਜਿਹੜਾ ਪੋਰਸ਼ਨ ਹੈ ਇਹ ਸਾਰੇ ਦਾ ਸਾਰਾ ਕੀ ਆ, ਮੈਂ ਇੱਕ ਟ੍ਰਾਇੰਗਲ ਇੱਕ ਵੱਖਰੀ ਕਰ ਲਈ ਆ, ਸਾਰਾ ਹੀ ਪੋਰਸ਼ਨ ਤੁਹਾਨੂੰ ਵਿਜ਼ੂਅਲ ਇੱਦਾਂ ਹੋ ਜਾਣਾ। ਇਹ ਮੈਂ ਟ੍ਰਾਇੰਗਲ ਜਿਹੜੇ ਦੋ ਇੱਕ ਕੱਢ ਲਏ ਕਿਉਂਕਿ ਇਹ ਸਾਰੇ ਸਿਮਿਲਰ ਟ੍ਰਾਇੰਗਲ ਆ। ਸਿਮਿਲਰ ਟ੍ਰਾਇੰਗਲ ਕਿੱਦਾਂ ਆ, ਕਿਉਂਕਿ ਇਹਨਾਂ ਦੇ ਜਿਹੜੇ ਆ ਇਹ ਵਾਲੇ ਐਂਗਲ ਸੇਮ ਆ, ਆਹ ਵਾਲੇ ਐਂਗਲ ਵੀ ਸੇਮ ਹੀ ਆ ਤੇ ਆਹ ਵਾਲੇ ਐਂਗਲ ਵੀ ਸੇਮ ਹੀ, ਇੰਟਰਸੈਕਸ਼ਨ ਵਾਲੇ ਐਂਗਲ ਵੀ ਸੇਮ, ਇਸ ਕਰਕੇ ਦੋ ਹੀ ਟ੍ਰਾਇੰਗਲ ਸਿਮਿਲਰ ਬਣਦੇ ਆ। ਹੁਣ ਦੂਜਾ ਜਿਹੜਾ ਸਾਨੂੰ ਟ੍ਰਾਇੰਗਲ ਚਾਹੀਦਾ ਹੈ ਉਹ ਕਿਹੜਾ ਆ? ਦੂਜਾ ਟ੍ਰਾਇੰਗਲ ਸਾਡੇ ਕੋਲ ਹੈਗਾ A ਤੋਂ ਲੈ ਕੇ B ਤੱਕ, ਇਹ ਪੋਰਸ਼ਨ ਹੋ ਗਿਆ ਤੇ ਇੱਥੇ ਤੱਕ ਪੋਰਸ਼ਨ ਹੋ ਗਿਆ ਸਾਰਾ ਹੀ। ਇਹ ਟ੍ਰਾਇੰਗਲ ਇੱਦਾਂ ਬਣਦਾ ਸਾਨੂੰ A B, ਠੀਕ ਹੈ ਜੀ। ਆਹ ਲਾਈਨ ਹੈ ਕਾਮਨ ਆ, ਇੱਥੇ ਪੁਆਇੰਟ ਸੀਗਾ ਸਾਡੇ ਕੋਲ ਪੁਆਇੰਟ P, ਆਹ ਵਾਲਾ ਟ੍ਰਾਇੰਗਲ ਦੀ ਮੈਂ ਗੱਲ ਕਰਦਾ, ਇੱਥੇ ਪੁਆਇੰਟ P ਆ। ਇਹ ਲਾਈਨ ਜੁਆਇਨ ਕਰਦੀ P ਨੂੰ, ਇਹ ਜਿੱਦਾਂ ਜੁਆਇਨ ਕਰਦੀ P ਨੂੰ, ਤੇ ਇਸ ਤੋਂ ਬਾਅਦ ਵਿੱਚ ਨੀਚੇ ਨੂੰ ਆਉਂਦੀ ਇਹ ਲਾਈਨ, ਤੇ ਇਸ ਤਰੀਕੇ ਦੇ ਨਾਲ ਆਹ ਸੀਗਾ ਸਾਡੇ ਕੋਲ A ਡੈਸ਼, ਇਹ ਸੀਗਾ ਸਾਡੇ ਕੋਲ B ਡੈਸ਼ ਤੇ P ਪੁਆਇੰਟ। ਹੁਣ ਦੋ ਟ੍ਰਾਇੰਗਲ ਸਾਡੇ ਕੋਲ ਮਿਲ ਗਿਆ, ਸਿਮਿਲੈਰਿਟੀ ਵਾਲੀ ਟ੍ਰਾਇੰਗਲ ਮਿਲ ਗਿਆ ਇਸ ਤਰੀਕੇ ਦੇ ਨਾਲ, ਠੀਕ ਹੈ। ਸੋ ਇਹਦਾ ਸਾਰੇ ਦਾ ਜਿਹੜਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਤੇ ਫਿਰ ਅੱਗੇ ਜਾ ਕੇ ਤੁਸੀਂ ਵੀਡੀਓ ਦੇਖਣੀ ਹੈ ਵੀ ਕਿੱਦਾਂ ਆਪਾਂ ਨੂਮੈਰੀਕਲ ਕਿੱਦਾਂ ਕੈਲਕੂਲੇਟ ਕਰਦੇ ਹਾਂ, ਠੀਕ ਹੈ। ਸੋ ਨੈਕਸਟ ਸਾਡੇ ਕੋਲ ਕੀ ਆਉਂਦਾ ਆ, ਸਿਮਿਲੈਰਿਟੀ ਵਾਲੀ ਟ੍ਰਾਇੰਗਲਸ ਆਪਾਂ ਦੇਖ ਲੈਂਦੇ ਕਰਕੇ। ਸੋ ਇਹਦੇ ਵਿੱਚ ਸਿਮਿਲੈਰਿਟੀ ਵਾਲੀਆਂ ਟ੍ਰਾਇੰਗਲਸ ਕਿਹੜੀਆਂ ਕਿਹੜੀਆਂ ਸੀਗੀਆਂ, ਇਸ ਤਰੀਕੇ ਦੀਆਂ ਸੀ। ਇੱਕ ਤਾਂ ਹੋ ਗਿਆ ਸਾਡੇ ਕੋਲ A B, ਠੀਕ ਹੈ, ਸਿੱਧੀ ਜਾਂਦੀ ਪੋਲ ਤੇ ਪੋਲ ਦੇ ਨਾਲ ਮਿਲਦੀ ਜਾ ਕੇ ਤੇ ਨੀਚੇ ਇਸ ਤਰੀਕੇ ਦੇ ਨਾਲ, ਠੀਕ ਹੈ। ਇਹ ਸੀਗਾ A ਡੈਸ਼ ਤੇ B ਡੈਸ਼। ਹੁਣ ਸਿਮਿਲੈਰਿਟੀ ਤੁਹਾਨੂੰ ਪਤਾ ਹੋਣੀ ਚਾਹੀਦੀ ਮੈਥ ਵਿੱਚ ਕਿੱਦਾਂ ਬਣਦੀ ਆ, ਜਦੋਂ ਇਹ ਵਾਲੇ ਐਂਗਲ ਸੇਮ ਹੋਣ, ਆਹ ਵਾਲੇ ਐਂਗਲ ਕਿਉਂਕਿ ਸੇਮ ਹੀ ਆ, ਇੰਸੀਡੈਂਟ ਐਂਗਲ ਆ ਤੇ ਆਹ ਰਿਫਲੈਕਸ਼ਨ ਐਂਗਲ ਆ ਤੇ ਇਹਨਾਂ ਦਾ ਬੇਸ ਕਾਮਨ ਆ, ਇਹ ਸਾਰਾ ਕੁਝ ਸੇਮ ਹੀ ਹੁੰਦਾ ਹੈ, ਠੀਕ ਹੈ। ਹੁਣ ਦੇਖ ਲੈਂਦੇ ਦੂਜੀ ਟ੍ਰਾਇੰਗਲ ਸਾਡੇ ਕੋਲ ਕਿਹੜੀ ਸੀਗੀ, ਇਹ ਸੀਗਾ ਇੱਦਾਂ A ਡੈਸ਼ B ਡੈਸ਼ ਤੇ ਉੱਪਰਲੇ ਪਾਸੇ ਸੀਗੀ N ਤੇ E ਤੇ ਇੱਕ ਸਾਡੇ ਕੋਲ ਇੱਦਾਂ ਟ੍ਰਾਇੰਗਲ ਬਣਦੀ ਸੀ, ਆਹ ਚੀਜ਼ ਸੀਗੀ, ਆਹ ਸੀਗਾ ਸਾਡਾ ਫੋਕਸ ਪੁਆਇੰਟ, ਠੀਕ ਹੈ। ਹੁਣ ਦੇਖੋ, ਹੁਣ ਅਸੀਂ ਕਰਨਾ ਸਭ ਤੋਂ ਪਹਿਲਾਂ ਸਾਨੂੰ ਇਹ ਵਾਲੀ ਟ੍ਰਾਇੰਗਲ ਚਾਹੀਦੀ ਹੈ, ਠੀਕ ਹੈ। ਨੰਬਰ 1 ਟ੍ਰਾਇੰਗਲ ਹੈ, ਇਹਨੂੰ ਨੰਬਰ 2 ਟ੍ਰਾਇੰਗਲ ਮੰਨ ਲਓ। ਹੁਣ ਨੰਬਰ 1 ਟ੍ਰਾਇੰਗਲ ਤੋਂ ਅਸੀਂ ਕਿੱਦਾਂ ਡਰਾਈਵ ਕਰਨਾ ਹੈ ਕਿ ਇਹਦੇ ਜਿਹੜੀ ਹੈ ਇਹਦੇ ਉੱਤੇ ਸਿਮਿਲੈਰਿਟੀ ਵਾਲੀਆਂ ਪ੍ਰੋਪਰਟੀ ਤਾਂ ਲੱਗੀ ਹੋਈ ਆ। ਹੁਣ ਇਹ ਦੇਖ ਲੈਂਦੇ ਆ ਕਿ ਦੋਨਾਂ ਦੇ ਜਿਹੜੇ ਪਰਪੈਂਡੀਕੂਲਰ ਆ ਉਹਨਾਂ ਨੂੰ ਉਹਨਾਂ ਨੂੰ ਆਪਾਂ ਇਕੁਏਸ਼ਨ ਬਣਾਉਣੀ A ਡੈਸ਼ B ਡੈਸ਼ ਡਿਵਾਈਡ ਬਾਈ NE, ਕਿਉਂਕਿ ਦੋ ਹੀ ਪਰਪੈਂਡੀਕੂਲਰ ਇਹਨਾਂ ਨੂੰ ਦੋ ਰੇਸ਼ੋ ਲੈ ਲਓ, ਇਜ਼ ਇਕੁਅਲ ਟੂ ਕੀ ਹੋ ਗਿਆ, ਦੋਨਾਂ ਦੇ ਬੇਸ ਦੀ ਰੇਸ਼ੋ, ਠੀਕ ਹੈ। A ਡੈਸ਼ F ਤੇ NF, ਕਿਉਂਕਿ ਇਹ ਦੋ ਹੀ ਚੀਜ਼ਾਂ ਬੇਸ ਆ, ਆਹ ਦੋ ਹੀ ਚੀਜ਼ਾਂ ਸੀਗੀਆਂ ਪਰਪੈਂਡੀਕੂਲਰ, ਠੀਕ ਹੈ। ਇਸ ਤਰੀਕੇ ਦੇ ਨਾਲ ਅਸੀਂ ਕੈਲਕੂਲੇਟ ਕਰ ਲਿਆ। ਹੁਣ ਮੇਰੇ ਦੋਸਤੋ ਦੇਖੋ, ਆ ਜਿਹੜਾ N ਪੁਆਇੰਟ ਆ, ਨਾ ਬਹੁਤ ਕਲੋਜ਼ ਟੂ ਹੈਗਾ ਪੁਆਇੰਟ P ਦੇ। ਜਦੋਂ ਬਹੁਤ ਜ਼ਿਆਦਾ ਕਲੋਜ਼ ਪੁਆਇੰਟ P ਦੇ ਤਾਂ ਅਸੀਂ N ਦੀ ਜਗ੍ਹਾ ਦੇ ਉੱਤੇ ਵੀ P ਹੀ ਲਿਖ ਲੈਣਾ ਹੈ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਕੈਲਕੂਲੇਟ ਕਰ ਲੈਣਾ। N ਦੀ ਜਗ੍ਹਾ ਦੇ ਉੱਤੇ ਵੀ ਤੁਸੀਂ P ਹੀ ਲਿਖ ਲਓ, ਜਿੱਥੇ ਜਿੱਥੇ ਵੀ N ਹੈ ਉੱਥੇ ਤੁਸੀਂ P ਕਰ ਲਓ, ਇੱਦਾਂ P ਕਰ ਲਓ। ਮੈਂ ਤਾਂ ਇੱਕੋ ਸਟੈਪ 'ਚ ਕਰਤਾ, ਤੁਸੀਂ ਦੂਜੇ ਸਟੈਪ 'ਚ ਕਰਨਾ ਨੈਕਸਟ ਵਾਲੇ ਸਟੈਪ ਦੇ ਵਿੱਚ, ਠੀਕ ਹੈ ਜੀ। ਸੋ ਇਹ ਸਾਡੇ ਕੋਲ ਪੁਆਇੰਟ ਬਣ ਗਿਆ। ਹੁਣ ਦੇਖੋ A ਤੇ F, A ਤੋਂ ਲੈ ਕੇ F ਤੱਕ ਦਾ ਸਾਨੂੰ ਡਿਸਟੈਂਸ ਪਤਾ ਨਹੀਂ, ਮੈਂ ਦੂਜੇ ਪਾਸੇ ਕਰਕੇ ਦਿਖਾਉਂਦਾ ਤੁਹਾਨੂੰ। ਹੁਣ ਇਹਦੇ ਵਿੱਚ ਕੀ ਸੀਗੀਆਂ ਸਾਡੇ ਕੋਲ, ਪੋਲ ਤੋਂ ਲੈ ਕੇ F ਤੱਕ ਸਾਨੂੰ ਪਤਾ ਵੀ ਕੀ ਹੁੰਦੀ ਹੈ, ਪੋਲ ਤੋਂ ਲੈ ਕੇ F ਤੱਕ ਦੀ ਜਿਹੜੀ ਡਿਸਟੈਂਸ ਹੁੰਦੀ ਉਹਨੂੰ ਅਸੀਂ ਇੱਦਾਂ ਮੰਨਦੇ ਹਾਂ, ਫੋਕਲ ਲੈਂਥ ਮੰਨਦੇ ਹਾਂ, ਠੀਕ ਹੈ। ਫੋਕਲ ਲੈਂਥ ਹੁੰਦੀ ਹੈ ਆਬਜੈਕਟ ਤੱਕ ਦੀ ਦੂਰੀ ਨੂੰ, ਪੋਲ ਤੋਂ ਲੈ ਕੇ ਆਬਜੈਕਟ ਜਿਹੜਾ ਹੈ ਉਹਦੀ ਤੱਕ ਦੀ ਦੂਰੀ ਨੂੰ ਅਸੀਂ ਮੰਨਦੇ ਹਾਂ V, ਠੀਕ ਹੈ। ਸੌਰੀ, ਇਮੇਜ ਤੱਕ ਦੀ ਦੂਰੀ ਨੂੰ ਅਸੀਂ ਮੰਨਦੇ ਹਾਂ V। ਪੋਲ ਤੋਂ ਲੈ ਕੇ ਜਿੱਥੇ ਆਬਜੈਕਟ ਪਿਆ ਹੁੰਦਾ ਸਾਡਾ, ਆਹ ਵਾਲਾ ਆਬਜੈਕਟ ਆ, ਇਸ ਤੱਕ ਦੀ ਦੂਰੀ ਨੂੰ ਅਸੀਂ ਕੀ ਮੰਨਦੇ ਹਾਂ, ਇਹਨੂੰ ਮੰਨਦੇ ਹਾਂ U। ਇਹੀ ਟਰਮਸ ਹੁੰਦੀਆਂ ਸਾਡੇ ਕੋਲ। ਇੱਕ ਹੋਰ ਕਿਹੜੀ ਹੁੰਦੀ, ਸੈਂਟਰ ਵਾਲੀ ਹੁੰਦੀ ਹੈ R। ਇਹ ਆਹ ਜਿਹੜੀ ਡਿਸਟੈਂਸ ਆ ਪੋਲ ਤੱਕ, ਇਹਨੂੰ ਕਹਿੰਦੇ R। ਆਹ ਸਾਰੇ ਡਿਸਟੈਂਸਸ ਹੁੰਦੇ ਸਾਡੇ ਕੋਲ, ਠੀਕ ਹੈ। ਤੇ ਦੂਜਾ ਅਸੀਂ ਕੀ ਪੜ੍ਹਿਆ ਸੀ, ਇਹ ਸਾਰੇ ਨੈਗੇਟਿਵ ਵੀ ਹੁੰਦੇ ਆ ਕਿਉਂਕਿ ਕਨਕੇਵ ਮਿਰਰ ਦੀ ਗੱਲ ਆਪਾਂ ਕਰ ਰਹੇ ਹਾਂ, ਠੀਕ ਹੈ। ਹੁਣ ਦੇਖੋ ਨੈਕਸਟ ਕੀ ਕਰਨਾ ਅਸੀਂ, ਠੀਕ ਹੈ ਜੀ। ਆਹ ਚੀਜ਼ ਹੋ ਗਈ ਸਾਡੇ ਕੋਲ, ਪੋਲ ਤੋਂ ਲੈ ਕੇ ਫੋਕਸ ਤੱਕ ਦੀ ਦੂਰੀ ਹੋ ਗਈ ਸਾਡੀ F, ਠੀਕ ਹੈ। ਇਹ ਵਾਲੀ ਦੂਰੀ ਦੋ। ਨੈਕਸਟ ਕੀ ਹੋ ਗਈ ਸਾਡੇ ਕੋਲ, ਬਸ ਆਹੀ ਆ, ਇੱਥੋਂ ਲੈ ਕੇ ਜਿੱਥੇ ਇਮੇਜ ਫਾਰਮੇਸ਼ਨ ਹੋ ਰਹੀ ਆ ਉਹ ਹੋ ਗਈ ਸਾਡੇ ਕੋਲ V, ਇੰਨਾ ਕੁ ਹੋ ਰਿਹਾ ਹੁਣ। ਬਟ ਸਾਨੂੰ ਇਹ ਵਾਲਾ ਡਿਸਟੈਂਸ ਜਿਹੜਾ ਇਹ ਬਿਲਕੁਲ ਨਹੀਂ ਪਤਾ ਕੀ ਗੱਲ ਆ, A ਡੈਸ਼ ਤੇ F, A ਡੈਸ਼ F ਸਾਨੂੰ ਪਤਾ ਨਹੀਂ, ਕਿੱਦਾਂ ਕੈਲਕੂਲੇਟ ਕਰਾਂਗੇ। A ਡੈਸ਼ F ਦੇਖੋ ਹੁਣ ਪੂਰੀ ਦੀ ਪੂਰੀ ਲਾਈਨ ਜਿਹੜੀ ਕਿੱਦਾਂ ਬਣਦੀ ਆ, A ਡੈਸ਼ ਤੇ P, A ਡੈਸ਼ ਤੇ P, ਇਹ ਕਿੱਦਾਂ ਲਾਈਨ ਬਣੀ ਆ, ਇਹ ਬਣੀ ਆ PF ਪਲੱਸ A ਡੈਸ਼ ਤੇ F,
ਇਸ ਤਰੀਕੇ ਨਾਲ ਸਾਡੇ ਕੋਲ ਬਣੀ ਆ। ਸੋ ਏ ਡੈਸ਼ ਐਫ ਅਸੀਂ ਕੀ ਕਰਨਾ, ਏ ਡੈਸ਼ ਐਫ ਇੱਕ ਪਾਸੇ ਲਿਖ ਲਓ, ਬਾਕੀ ਚੀਜ਼ਾਂ ਦੂਜੇ ਪਾਸੇ ਲਿਖ ਲਓ। ਇਹ ਕੀ ਬਣ ਗਿਆ ਆਪਣੇ ਕੋਲ, ਪੀ ਏ ਡੈਸ਼ ਆਹੀ ਵਾਲੀ, ਪੀ ਏ ਡੈਸ਼ ਮਾਈਨਸ ਪੀ ਐਫ, ਆ ਸਾਡੇ ਕੋਲ ਬਣ ਗਈ ਆ ਏ ਡੈਸ਼ ਐਫ ਦੀ ਵੈਲਿਊ। ਠੀਕ ਹੈ, ਏ ਡੈਸ਼ ਐਫ ਦੀ ਵੈਲਿਊ ਸਾਡੇ ਕੋਲ ਕੀ ਬਣ ਗਈ ਆ, ਪੀ ਏ ਡੈਸ਼ ਮਾਈਨਸ ਪੀ ਐਫ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ, ਏ ਡੈਸ਼ ਬੀ ਡੈਸ਼ ਡਿਵਾਈਡ ਬਾਈ ਪੀ ਈ ਇਜ਼ ਇਕੁਅਲ ਟੂ ਕੀ ਬਣ ਗਿਆ ਸਾਡੇ ਕੋਲ। ਹੁਣ ਦੇਖੋ ਏ ਡੈਸ਼ ਐਫ ਦੀ ਇੱਥੇ ਵੈਲਿਊ ਪੁੱਟ ਕਰਤੀ ਸੀ ਆਪਾਂ, ਪੀ ਏ ਡੈਸ਼ ਮਾਈਨਸ ਪੀ ਐਫ ਡਿਵਾਈਡ ਬਾਈ ਪੀ ਐਫ, ਆ ਸਾਡੇ ਕੋਲ ਵੈਲਿਊ ਬਣ ਗਈ। ਇਹਨੂੰ ਇਕੁਏਸ਼ਨ ਨੰਬਰ 1 ਮਾਰਕ ਕਰ ਲਓ। ਠੀਕ ਹੈ, ਹੁਣ ਦੂਜੀ ਇੱਕ ਹੋਰ ਗੱਲ ਦੇਖਦੇ ਹਾਂ। ਇੱਧਰ ਦੇਖੋ A ਤੇ B ਜਿਹੜਾ ਆਬਜੈਕਟ ਆ, ਹੁਣ ਦੇਖੋ ਆਹ ਪ੍ਰਿੰਸੀਪਲ ਐਕਸਸ ਆ। ਠੀਕ ਹੈ ਜੀ, ਤੇ ਆਹ ਲਾਈਨ ਬਿਲਕੁਲ ਪ੍ਰਿੰਸੀਪਲ ਐਕਸਸ ਦੇ ਪੈਰਲਲ ਆ। ਇਹ ਦੋ ਹੀ ਲਾਈਨਾਂ ਪੈਰਲਲ, ਇਹਦਾ ਮਤਲਬ ਕਿ ਇਹਨਾਂ ਵਿਚਲਾ ਡਿਸਟੈਂਸ ਵੀ ਸਾਰਾ ਬਰਾਬਰ ਹੀ ਹੋਊਗਾ। ਜੇ ਡਿਸਟੈਂਸ ਬਰਾਬਰ ਆ ਤਾਂ ਇਹਦਾ ਮਤਲਬ ਕੀ ਹੋਊਗਾ, ਏ ਬੀ, ਏ ਤੋਂ ਲੈ ਕੇ ਬੀ ਤੱਕ ਇਜ਼ ਇਕੁਅਲ ਟੂ ਕੀ ਆ, ਐਨ ਤੋਂ ਲੈ ਕੇ ਈ ਤੱਕ, ਐਨ ਈ ਜਾਂ ਪੀ ਈ। ਠੀਕ ਹੈ, ਇਹ ਵੀ ਏ ਬੀ ਦੇ ਬਰਾਬਰ ਹੀ ਹੈ। ਸੋ ਇੱਥੇ ਜਿੱਥੇ ਪੀ ਈ ਆ ਉੱਥੇ ਆਪਾਂ ਏ ਬੀ ਲਿਖ ਸਕਦੇ ਹਾਂ। ਠੀਕ ਹੈ ਜੀ, ਜਿੱਥੇ ਆਪਣੇ ਕੋਲ ਪੀ ਈ ਆ ਉੱਥੇ ਅਸੀਂ ਕੀ ਲਿਖ ਸਕਦੇ ਹਾਂ, ਉਹਨੂੰ ਅਸੀਂ ਏ ਬੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਹੁਣ ਸਾਡੀ ਇਕੁਏਸ਼ਨ ਕੀ ਬਣ ਗਈ, ਏ ਡੈਸ਼ ਬੀ ਡੈਸ਼ ਡਿਵਾਈਡ ਬਾਈ ਏ ਬੀ ਇਜ਼ ਇਕੁਅਲ ਟੂ ਪੀ ਏ ਡੈਸ਼ ਮਾਈਨਸ ਪੀ ਐਫ ਡਿਵਾਈਡ ਬਾਈ ਪੀ ਐਫ। ਹੁਣ ਇਹ ਸਾਡੇ ਕੋਲ ਇਕੁਏਸ਼ਨ ਸਾਡੀ ਬਣ ਗਈ, ਇਹਨੂੰ ਅਸੀਂ ਇਹਨੂੰ ਵੀ 1 ਮੰਨ ਲਓ। ਠੀਕ ਹੈ, ਆਹ ਚੀਜ਼ ਹੋ ਗਈ ਸਾਡੇ ਕੋਲ। ਸੋ ਇਦਾਂ ਕਰਦੇ ਹੁਣ ਦੇਖ ਲੈ, ਹੁਣ ਸਾਡਾ ਕੋਲ ਜਿਹੜਾ ਨੈਕਸਟ ਸੀਗਾ ਟ੍ਰਾਇੰਗਲ ਉਹ ਲੈਣੇ ਆ। ਨੈਕਸਟ ਟ੍ਰਾਇੰਗਲ ਸਾਡਾ ਕੀ ਸੀਗਾ, ਇਹ ਵਾਲਾ ਸੀਗਾ। ਇਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਤਾਂ ਦੋਨੇ ਜਿਹੜੇ ਪਰਪੈਂਡੀਕੂਲਰ ਆ ਉਹਨਾਂ ਨੂੰ ਡਿਵਾਈਡ ਕਰੋ। ਠੀਕ ਹੈ, ਉਹਨਾਂ ਨੂੰ ਕੀ ਕਰ ਲਓ, ਰੇਸ਼ੋ ਕਰ ਲਓ। ਕੀ ਬਣ ਗਈ, ਏ ਡੈਸ਼ ਬੀ ਡੈਸ਼, ਇਹ ਪਰਪੈਂਡੀਕੂਲਰ ਹੋ ਗਿਆ ਡਿਵਾਈਡ ਬਾਈ ਏ ਬੀ, ਇਹ ਵਾਲਾ। ਹੁਣ ਬੇਸ ਦੇਖ ਲਓ ਕੀ ਆ, ਇਹਦਾ ਬੇਸ ਕਿਹੜਾ, ਆਹ ਵਾਲਾ ਹੈ, ਪੀ ਏ ਡੈਸ਼ ਪੀ ਏ ਡੈਸ਼। ਫਿਰ ਦੂਜੇ ਦਾ ਬੇਸ ਕੀ ਆ, ਪੀ ਏ, ਆਹ ਬੇਸ ਹੋ ਗਿਆ। ਠੀਕ ਹੈ, ਹੁਣ ਇਹਨੂੰ ਸਿੱਧਾ ਇਕੁਏਸ਼ਨ ਨੰਬਰ 2 ਮਾਰਕ ਕਰ ਲਓ। ਠੀਕ ਹੈ, ਹੁਣ ਦੇਖੋ ਦੋਨੋਂ ਇਕੁਏਸ਼ਨਾਂ ਦੇ ਵਿੱਚ ਕੀ ਆ, ਲੈਫਟ ਹੈਂਡ ਸਾਈਡ ਜਿਹੜੀ ਆ ਉਹ ਸੇਮ ਆ। ਲੈਫਟ ਹੈਂਡ ਸਾਈਡ ਕੀ ਆ, ਸੇਮ ਆ, ਤਾਂ ਅਸੀਂ ਰਾਈਟ ਹੈਂਡ ਸਾਈਡ ਵੀ ਜਿਹੜੀ ਆ ਉਹ ਇਕੁਏਟ ਕਰ ਦੇਣੀ ਹੈ। ਠੀਕ ਹੈ, ਰਾਈਟ ਹੈਂਡ ਸਾਈਡ ਕੀ ਕਰਨੀ ਆ ਆਪਾਂ, ਪੀ ਏ ਡੈਸ਼ ਡਿਵਾਈਡ ਬਾਈ ਪੀ ਏ ਇਜ਼ ਇਕੁਅਲ ਟੂ ਕੀ ਬਣ ਗਿਆ ਆਪਣੇ ਕੋਲ, ਪੀ ਏ ਡੈਸ਼ ਮਾਈਨਸ ਪੀ ਐਫ ਡਿਵਾਈਡ ਬਾਈ ਪੀ ਐਫ। ਠੀਕ ਹੈ ਜੀ, ਹੁਣ ਸਾਰੀਆਂ ਦੀਆਂ ਸਾਰੀਆਂ ਟਰਮ ਜਿੰਨੀਆਂ ਵੀ ਇਹਦੇ ਵਿੱਚ ਯੂਜ਼ ਹੁੰਦੀਆਂ ਉਹ ਅਸੀਂ ਲਿਖ ਲੈਣੀਆਂ। ਫਿਰ ਕਿਹੜੀ ਟਰਮ ਯੂਜ਼ ਹੁੰਦੀ ਆ ਉਹ ਸੀਗਾ, ਉਹ 'ਚ ਦੇਖਦੇ ਕਿਹੜੀ ਇਹਦੇ ਵਿੱਚ। ਇੱਕ ਹੈਗੀ ਆ ਪੀ ਏ ਡੈਸ਼, ਇੱਕ ਹੈਗੀ ਆ ਇਹ ਪੀ ਏ ਡੈਸ਼ 2 ਵਾਰ ਯੂਜ਼ ਹੁੰਦੀ ਹੈ, ਇੱਕ ਹੈਗੀ ਆ ਪੀ ਐਫ, ਆਹ 2 ਵਾਰ ਯੂਜ਼ ਹੁੰਦੀ ਹੈ, ਇੱਕ ਹੈਗੀ ਪੀ ਏ। ਇਹ ਦੇਖ ਲੈਣੇ ਕਿਹੜੀ ਟਰਮ ਹੈ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਦੇਖੋ ਕੀ ਆ, ਪੀ ਤੋਂ ਲੈ ਕੇ ਏ ਤੱਕ ਡਿਸਟੈਂਸ। ਠੀਕ ਹੈ, ਆਬਜੈਕਟ ਤੱਕ ਦਾ ਡਿਸਟੈਂਸ, ਇਹਨੂੰ ਅਸੀਂ ਕੀ ਕਹਿੰਦੇ, ਯੂ। ਇਹ ਹੈਗਾ ਸਾਡੇ ਕੋਲ ਮਾਈਨਸ ਯੂ, ਕਿਉਂਕਿ ਅਸੀਂ ਲਾਈਟ ਦੀ ਡਾਇਰੈਕਸ਼ਨ ਇੱਧਰਲੇ ਪਾਸੇ ਨੂੰ ਲੈਫਟ ਤੋਂ ਰਾਈਟ, ਅਸੀਂ ਰਾਈਟ ਤੋਂ ਲੈਫਟ ਵੱਲ ਨੂੰ ਜਾ ਰਹੇ ਹਾਂ, ਪੋਲ ਤੋਂ ਮੈਜਰ ਕਰ ਰਹੇ ਹਾਂ, ਇਸ ਕਰਕੇ ਕੀ ਹੋ ਗਿਆ ਮਾਈਨਸ ਯੂ। ਠੀਕ ਹੈ, ਇੱਕ ਹੈਗੀ ਆ ਪੀ ਐਫ, ਪੀ ਤੋਂ ਲੈ ਕੇ ਐਫ ਤੱਕ, ਇਹ ਹੋ ਗਈ ਆਪਣੇ ਕੋਲ ਮਾਈਨਸ ਐਫ। ਠੀਕ ਹੈ, ਅਗਲੀ ਹੈਗੀ ਪੀ ਏ ਡੈਸ਼, ਇਹ ਹੈਗੀ ਸਾਡੇ ਕੋਲ ਇਮੇਜ ਤੱਕ ਦੀ ਦੂਰੀ, ਇਹਨੂੰ ਅਸੀਂ ਕਹਿੰਦੇ ਹਾਂ ਵੀ। ਠੀਕ ਹੈ ਜੀ, ਇਹ ਹੋ ਗਈ ਆਪਣੇ ਕੋਲ ਮਾਈਨਸ ਵੀ। ਇਸ ਤਰੀਕੇ ਦੇ ਨਾਲ ਅਸੀਂ ਕਰਕੇ ਸਾਰਾ ਕੁਝ ਇੱਥੇ ਪੁੱਟ ਕਰ ਦੇਣਾ। ਠੀਕ ਹੈ, ਤਾਂ ਸਾਡੇ ਕੋਲ ਕੀ ਬਣਨਾ ਹੈ, ਸਾਡੇ ਕੋਲ ਇੱਥੇ ਬਣ ਜਾਊਗਾ ਪੀ ਏ ਡੈਸ਼ ਕੀ ਸੀਗਾ ਆਪਣੇ ਕੋਲ, ਮਾਈਨਸ ਵੀ, ਪੀ ਏ ਸੀਗਾ ਸਾਡੇ ਕੋਲ ਮਾਈਨਸ ਯੂ। ਠੀਕ ਹੈ, ਇਜ਼ ਇਕੁਅਲ ਟੂ ਪੀ ਏ ਡੈਸ਼ ਮਾਈਨਸ ਵੀ ਮਾਈਨਸ ਪੀ ਐਫ, ਇਹ ਹੋਗਾ ਆਪਣੇ ਕੋਲ ਮਾਈਨਸ ਐਫ। ਇਸ ਤਰੀਕੇ ਨਾਲ ਡਿਵਾਈਡ ਬਾਈ ਸਾਡੇ ਕੋਲ ਕੀ ਆ ਗਿਆ, ਡਿਵਾਈਡ ਬਾਈ ਸਾਡੇ ਕੋਲ ਪੀ ਐਫ ਸੀਗਾ ਆਪਣੇ ਕੋਲ ਮਾਈਨਸ ਐਫ। ਆਹ ਸਾਡੇ ਕੋਲ ਇਕੁਏਸ਼ਨ ਬਣ ਜਾਣੀ ਹੈ। ਠੀਕ ਹੈ, ਹੁਣ ਜਦੋਂ ਆਪਾਂ ਮਾਈਨਸ ਹਟਾ ਦੇਣੀ ਹੈ, ਮਾਈਨਸ ਇੱਕ ਵਾਰੀ ਹਟਾ ਕੇ ਦੇਖ ਲਓ, ਇਹ ਮਾਈਨਸ ਆਪਸ ਵਿੱਚ ਕੱਟ ਗਈਆਂ, ਤਾਂ ਇਹਦੇ ਵਿੱਚੋਂ ਮਾਈਨਸ ਇੱਕ ਕਾਮਨ ਕੱਢ ਲਓ, ਵੀ
ਮਾਈਨਸ ਐਫ ਡਿਵਾਈਡ ਬਾਈ ਐਫ। ਇਸ ਤਰੀਕੇ ਨਾਲ ਸਾਡੇ ਕੋਲ ਰਿਜ਼ਲਟ ਜਿਹੜਾ ਆ ਉਹ ਆ ਜਾਣਾ v ਓਵਰ u ਇਜ਼ ਇਕੁਅਲ ਟੂ ਕੀ ਆ v ਮਾਈਨਸ ਐਫ ਡਿਵਾਈਡ ਬਾਈ ਐਫ। ਇਸ ਤਰੀਕੇ ਨਾਲ ਸਾਡੇ ਕੋਲ ਜਿਹੜਾ ਆ ਉਹ ਰਿਜ਼ਲਟ ਆ ਜਾਣਾ। ਠੀਕ ਹੈ, ਸੋ ਨੈਕਸਟ ਆਪਾਂ ਕੀ ਕਰਨਾ ਆ, ਹੁਣ ਇਹ ਕੀ ਕਰਨਾ ਆਪਾਂ ਕਾਮਨ ਕੱਢ ਲੈਣੇ ਜਿਹੜੇ ਆ v ਓਵਰ f ਹੋ ਗਿਆ ਮਾਈਨਸ f ਓਵਰ f ਇਜ਼ ਇਕੁਅਲ ਟੂ v ਓਵਰ u। ਇਸ ਤਰੀਕੇ ਨਾਲ ਸਾਡੇ ਕੋਲ ਇੱਕ ਚੀਜ਼ ਬਣ ਗਈ ਹੈ। ਠੀਕ ਹੈ, ਸੋ f ਨਾਲ f ਕੈਂਸਲ ਹੋ ਗਿਆ, ਇਹਦੀ ਜਗ੍ਹਾ ਤੇ 1 ਆ ਗਿਆ ਮਾਈਨਸ v ਓਵਰ f ਇਜ਼ ਇਕੁਅਲ ਟੂ v ਓਵਰ u। ਇਹ ਸਾਡੇ ਕੋਲ ਚੀਜ਼ ਆ ਗਈ ਹੈ। ਹੁਣ ਅਸੀਂ ਕੀ ਕਰਨਾ, ਸਾਰੀ ਦੀ ਸਾਰੀ ਟਰਮ ਨੂੰ ਸਾਰੀ ਟਰਮ ਨੂੰ ਅਸੀਂ 1 ਓਵਰ v ਦੇ ਨਾਲ ਮਲਟੀਪਲਾਈ ਕਰ ਦੇਣਾ। 1 ਓਵਰ v ਦੇ ਨਾਲ ਸਾਰੀ ਟਰਮ ਨੂੰ ਮਲਟੀਪਲਾਈ ਕਰ ਦੇਣਾ। ਇਹਨੂੰ ਇਕੁਏਸ਼ਨ ਲਿਖ ਲਓ 10 ਇਕੁਏਸ਼ਨ ਨੂੰ 1 ਓਵਰ v ਦੇ ਨਾਲ ਮਲਟੀਪਲਾਈ ਕਰ ਦਿਓ। ਹੁਣ ਕੀ ਹੋਗਾ v ਓਵਰ f ਮਲਟੀਪਲਾਈ ਬਾਈ 1 ਓਵਰ v ਮਾਈਨਸ 1 ਓਵਰ v ਕੱਲਾ ਹੀ 1 ਮਲਟੀਪਲਾਈ ਬਾਈ 1 ਓਵਰ v ਇਜ਼ ਇਕੁਅਲ ਟੂ v ਓਵਰ u ਮਲਟੀਪਲਾਈ ਬਾਈ 1 ਓਵਰ v। ਹੁਣ v ਨਾਲ v ਕੈਂਸਲ ਹੋ ਗਿਆ, ਇੱਥੇ ਜਿਹੜੀ ਹੈ ਇੱਥੇ ਕੁਛ ਹੈ ਹੀ ਨਹੀਂ, ਇੱਥੇ 1 ਆ, v ਨਾਲ v ਫੇਰ ਕੈਂਸਲ ਹੋ ਗਿਆ। 1 ਓਵਰ f ਮਾਈਨਸ 1 ਓਵਰ v ਇਜ਼ ਇਕੁਅਲ ਟੂ 1 ਓਵਰ u। ਠੀਕ ਹੈ, ਸੋ ਨੈਕਸਟ ਸਾਡੇ ਕੋਲ ਕੀ ਬਚ ਗਿਆ 1 ਓਵਰ f ਇਜ਼ ਇਕੁਅਲ ਟੂ, ਇਹਨੂੰ ਦੂਜੇ ਪਾਸੇ ਲੈ ਜਾਓ 1 ਓਵਰ u ਪਲੱਸ 1 ਓਵਰ v। ਸੋ ਇਹ ਸਾਡਾ ਸਾਰਾ ਆ ਗਿਆ ਮਿਰਰ ਫਾਰਮੂਲਾ। ਠੀਕ ਹੈ, ਸੋ ਕਾਫੀ ਲੰਬਾ ਸੀ, ਜੇ ਤੁਸੀਂ ਇੱਕ ਦੋ ਵਾਰੀ ਦੇਖੋਗੇ ਤਾਂ ਤੁਹਾਨੂੰ ਮਿਰਰ ਫਾਰਮੂਲਾ ਪਤਾ ਲੱਗ ਜਾਣਾ, ਇੰਨਾ ਵੀ ਜ਼ਿਆਦਾ ਔਖਾ ਨਹੀਂ ਹੈਗਾ। ਮੇਨ ਗੱਲ ਕੀ ਆ, ਮੇਨ ਗੱਲ ਹੈਗੀਆਂ ਤੁਹਾਡੀਆਂ ਜਿਹੜੀਆਂ ਆ ਟਰਾਇੰਗਲਸ ਹੈ ਨਾ, ਮੇਨ ਗੱਲ ਤੁਹਾਡੀਆਂ ਇਹਨਾਂ ਨੂੰ ਐਕਸਟਰੈਕਟ ਕਰਨ ਦੀ ਆ। ਇਹ ਸਾਰੀ ਇੱਕ ਵਾਰ ਦੇਖਿਓ ਕਿੱਦਾਂ ਮੈਂ ਬਣਾਈ ਸੀਗੀ, ਉਹਦੇ ਵਿੱਚ ਤੁਸੀਂ ਪੁਆਇੰਟ ਲੈ ਲੈਣੇ ਆ, ਫਿਰ ਸਾਰੇ ਫੋਕਸ ਲੈਂਥ ਕੈਲਕੂਲੇਟ ਕਰ ਲੈਣੀ, v ਕੈਲਕੂਲੇਟ ਕਰ ਲੈਣੀ ਆ, ਤੇ u ਲਿਖ ਲੈਣਾ ਕਿੱਥੇ ਕਿੱਥੇ ਸਾਰੇ ਪੁਆਇੰਟ ਆ। ਇਹ ਜਿਹੜੇ ਟਰਾਇੰਗਲਸ ਆ ਇਹ ਐਕਸਟਰੈਕਟ ਕਰਨੇ। ਠੀਕ ਹੈ, ਮੈਂ ਦੁਬਾਰਾ ਇੱਕ ਵਾਰ ਤੁਹਾਨੂੰ ਮਾੜਾ ਜਿਹਾ ਦੱਸ ਦੇਣਾ ਹਾਈਲਾਈਟ ਕਰਕੇ ਕਿਹੜੇ ਸੀ। ਇੱਕ ਸਾਡੇ ਕੋਲ ਆਹ ਟਰਾਇੰਗਲ ਸੀਗਾ ਪੂਰਾ, ਹੁਣ ਦੇਖੋ ਇੱਕ ਤਾਂ ਤੁਹਾਡੇ ਕੋਲ ਆਹ ਟਰਾਇੰਗਲ ਹੋ ਗਿਆ। ਠੀਕ ਹੈ, ਇੱਕ ਜਿਹੜੇ ਛੋਟੇ ਟਰਾਇੰਗਲ ਬਣਦੇ ਸੀ ਆਹ ਵਾਲੇ, ਇੱਕ ਆਹ ਤੁਹਾਡੇ ਕੋਲ ਪੋਰਸ਼ਨ ਆ ਜਾਂਦਾ ਸੀ, ਇੱਕ ਇਹ ਟਰਾਇੰਗਲ ਸੀ। ਦੋ ਟਰਾਇੰਗਲਾਂ ਤੁਸੀਂ ਕੈਲਕੂਲੇਟ ਕਰਨੀਆਂ ਸੀ ਇਹਦੇ ਵਿੱਚੋਂ, ਉਹਨਾਂ ਚੋਂ ਹੀ ਤੁਸੀਂ ਆਪਣਾ ਸਾਰਾ ਜਿਹੜਾ ਮਿਰਰ ਫਾਰਮੂਲਾ ਕੈਲਕੂਲੇਟ ਕਰ ਸਕਦੇ ਆ। ਸੋ ਥੈਂਕ ਯੂ।